ਸਾਰਿਆਂ ਨੂੰ ਜੈ ਮਸੀਹ ਦੀ। ਪ੍ਰਭੂ ਦਾ ਧੰਨਵਾਦ ਕਰਦੇ ਹਾਂ ਕਿ ਅੱਜ ਦੇ ਦਿਨ ਦੇ ਲਈ ਪਰਮੇਸ਼ਰ ਨੇ ਸਾਨੂੰ ਜਿਉਂਦੇ ਰੱਖਿਆ, ਅੱਜ ਤੱਕ ਸੰਭਾਲ ਕੇ ਰੱਖਿਆ। ਹਾਲੇਲੂਇਆ। ਪਰਮੇਸ਼ਰ ਦੀ ਸਤੁਤੀ ਹੋ, ਕਿਉਂਕਿ ਉਹੀ ਧੰਨਵਾਦ ਦੇ ਯੋਗ ਹੈ, ਉਹੀ ਮਹਿਮਾ ਦੇ ਯੋਗ ਹੈ, ਉਹੀ ਸਤੁਤੀਆਂ ਦੇ ਯੋਗ ਹੈ। ਸ੍ਰਿਸ਼ਟੀ ਦੇ ਵਿੱਚ ਉਸ ਦੇ ਤੁੱਲੇ ਕੋਈ ਦੂਸਰਾ ਨਹੀਂ ਹੈਗਾ। ਹਾਲੇਲੂਇਆ। ਅਤੇ ਅੱਜ ਤੱਕ ਉਸਨੇ ਸਾਨੂੰ ਸੰਭਾਲ ਕੇ ਰੱਖਿਆ, ਜਿਉਂਦੇ ਰੱਖਿਆ, ਕਿਉਂਕਿ ਉਸ ਦੀ ਦਇਆ ਆ, ਉਸ ਦੀ ਕਰੁਣਾ ਆ। ਹਾਲੇਲੂਇਆ। ਉਸ ਦਾ ਅਨੁਗ੍ਰਹਿ ਆ। ਪਰਮੇਸ਼ਰ ਦਾ ਸ਼ੁਕਰ ਕਰੀਏ ਕਿ ਬਹੁਤ ਸਾਰੇ ਲੋਕ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ, ਪਰ ਪਰਮੇਸ਼ਰ ਨੇ ਸਾਡੇ ਉੱਤੇ ਦਇਆ ਬਣਾਈ ਰੱਖੀ ਅਤੇ ਉਸਨੇ ਸਾਨੂੰ ਆਪਣੇ ਵਿੱਚ ਸੇਫ ਰੱਖਿਆ, ਸੁਰੱਖਿਅਤ ਰੱਖਿਆ। ਹਾਲੇਲੂਇਆ। ਅਗਰ ਤੁਸੀਂ ਹੋਰ ਵੀ ਪਰਮੇਸ਼ਰ ਦੇ ਵਿੱਚ ਸੇਫ ਹੋਣਾ ਚਾਹੁੰਦੇ ਆ, ਸੁਰੱਖਿਅਤ ਹੋਣਾ ਚਾਹੁੰਦੇ ਆ, ਅੱਜ ਦੇ ਵਚਨ ਨੂੰ ਸੁਣੀਏ ਅਤੇ ਉਸ ਦੇ ਮੁਤਾਬਕ ਆਪਣੇ ਜੀਵਨ ਦੇ ਵਿੱਚ ਕੰਮ ਕਰੀਏ, ਤਾਂ ਪਰਮੇਸ਼ਰ ਸਾਨੂੰ ਹੋਰ ਵੀ ਜ਼ਿਆਦਾ ਬਲੈਸ ਕਰੇਗਾ, ਹੋਰ ਵੀ ਜ਼ਿਆਦਾ ਬਰਕਤ ਦੇਗਾ। ਹਾਲੇਲੂਇਆ। ਅਤੇ ਅੱਜ ਜਿਹੜਾ ਟੌਪਿਕ, ਅੱਜ ਦਾ ਜਿਹੜਾ ਵਿਸ਼ਾ ਆ ਪਰਮੇਸ਼ਰ ਦੇ ਵਚਨ ਦੇ ਵਿੱਚੋਂ, ਅਸੀਂ ਅੱਜ ਪਰਮੇਸ਼ਰ ਦੇ ਨੇਚਰ ਨੂੰ ਦੇਖਣਾ, ਪਰਮੇਸ਼ਰ ਦੇ ਸੁਭਾਅ ਨੂੰ ਦੇਖਣਾ ਆ ਕਿ ਪਰਮੇਸ਼ਰ ਕਿਹਨਾਂ ਗੱਲਾਂ ਨੂੰ ਪ੍ਰੇਮ ਕਰਦਾ ਅਤੇ ਕਿਹਨਾਂ ਗੱਲਾਂ ਨੂੰ ਪਰਮੇਸ਼ਰ ਨਫ਼ਰਤ ਕਰਦਾ, ਕਿਹਨਾਂ ਨੂੰ ਘਿਰਨਾ ਕਰਦਾ ਆ। ਅੱਜ ਉਹਨਾਂ ਗੱਲਾਂ ਬਾਰੇ ਪਵਿੱਤਰ ਬਾਈਬਲ ਦੇ ਵਿੱਚੋਂ ਦੇਖਾਂਗੇ। ਅਸੀਂ ਜਲਦੀ ਦੇ ਨਾਲ ਕੱਢਾਂਗੇ ਨੀਤੀ ਵਚਨ, ਉਹਦਾ 6ਵਾਂ ਅਧਿਆਇ, ਉਹਦੀ 16 ਆਇਤ ਤੋਂ ਲੈ ਕੇ 19 ਆਇਤ ਤੱਕ ਅਸੀਂ ਅੱਜ ਪੜ੍ਹਨਾ ਆ। ਪਰਮੇਸ਼ਰ ਕਿਹਨਾਂ ਗੱਲਾਂ ਦੇ ਨਾਲ ਨਫ਼ਰਤ ਕਰਦਾ ਹੈ, ਘਿਰਨਾ ਕਰਦਾ ਆ, ਕਿਹਨਾਂ ਕੰਮਾਂ ਨੂੰ ਪਰਮੇਸ਼ਰ ਚਾਹੁੰਦਾ ਕਿ ਇਹ ਨਾ ਹੋਣ। ਹਾਲੇਲੂਇਆ। ਅਤੇ ਅੱਜ ਅਸੀਂ ਕੱਢਾਂਗੇ ਨੀਤੀ ਵਚਨ, ਉਹਦਾ 6ਵਾਂ ਅਧਿਆਇ, ਉਹਦੀ 16 ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ, 6 ਵਸਤੂਆਂ ਸੇ ਯਹੋਵਾ ਵੈਰ ਰੱਖता है वरना 7 है जिनसे उसको गिरना है। 6 ਵਸਤੂਆਂ ਦੇ ਨਾਲ ਪਰਮੇਸ਼ਰ ਕੀ ਕਰਦਾ? ਵੈਰ ਰੱਖਦਾ ਆ। ਅਤੇ 7 ਹੈ ਜਿਨ੍ਹਾਂ ਨੂੰ ਘਿਰਨਾ ਕਰਦਾ, ਨਫ਼ਰਤ ਕਰਦਾ ਆ। ਉਹ ਕਿਹੜੀਆਂ ਗੱਲਾਂ ਆ? ਪਰਮੇਸ਼ਰ ਕਿਹੜੀਆਂ ਗੱਲਾਂ ਨੂੰ ਘਿਰਨਾ ਕਰਦਾ ਆ? ਇਹ ਅੱਜ 7 ਹੀ ਗੱਲਾਂ ਅਸੀਂ ਅੱਜ ਦੇਖਾਂਗੇ। ਹੋ ਸਕੇ ਅੱਜ ਜਾਂ 2 ਜਾਂ 1 ਜਾਂ 2 ਗੱਲਾਂ ਅਸੀਂ ਦੇਖਦੇ ਹਾਂ। ਅਤੇ ਜਦੋਂ ਅਸੀਂ 17 ਆਇਤ ਪੜ੍ਹਦੇ ਹਾਂ, ਉੱਥੇ ਲਿਖਿਆ ਅਰਥਾਤ ਘਮੰਡ ਸੇ ਚੜੀ ਹੋਈ ਆਂਖੇਂ। ਹਾਲੇਲੂਇਆ। ਪਹਿਲੀ ਕਿਹੜੀ ਗੱਲ ਹੈ? ਘਮੰਡ ਦੇ ਨਾਲ ਚੜੀ ਹੋਈਆਂ ਅੱਖਾਂ, ਉਹਨਾਂ ਨੂੰ ਪਰਮੇਸ਼ਰ ਕੀ ਕਰਦਾ? ਘਿਰਨਾ ਕਰਦਾ ਆ, ਵੈਰ ਕਰਦਾ ਉਹਨਾਂ ਦੇ ਨਾਲ ਪਰਮੇਸ਼ਰ। ਉਹ ਅੱਖਾਂ ਜਿਹੜੀਆਂ ਜਿਨ੍ਹਾਂ ਦੇ ਵਿੱਚ ਘਮੰਡ ਹੁੰਦਾ ਆ। ਹਾਲੇਲੂਇਆ। ਜਿਸ ਇਨਸਾਨ ਦੇ ਅੰਦਰ ਘਮੰਡ ਆਉਂਦਾ, ਉਹ ਕਿਸੇ ਦੇ ਨਾਲ ਸੌਖੀ ਅੱਖ ਨਹੀਂ ਮਿਲਾਉਂਦਾ ਹੈਗਾ। ਹਾਲੇਲੂਇਆ। ਉਹ ਆਪਣੇ ਘਮੰਡ ਦੇ ਵਿੱਚ ਰਹਿੰਦਾ ਆ, ਉਹ ਕਿਸੇ ਨੂੰ ਨਹੀਂ ਬੁਲਾਉਂਦਾ, ਉਹ ਕਹਿੰਦਾ ਸਾਰੇ ਮੈਨੂੰ ਬੁਲਾਉਣ। ਹਾਲੇਲੂਇਆ। ਪਰਮੇਸ਼ਰ ਜਿਹੜਾ ਆ ਦਿਆਲੂ ਪਰਮੇਸ਼ਰ ਹੈ। ਪਰਮੇਸ਼ਰ ਨੂੰ ਜਿਹੜੇ ਆ ਘਮੰਡੀ ਇਨਸਾਨ ਹੈ, ਜਿਹੜੇ ਘਮੰਡ ਦੇ ਵਿੱਚ ਰਹਿੰਦੇ ਆ, ਅਤੇ ਉਹ ਲੋਕ ਪਰਮੇਸ਼ਰ ਪਸੰਦ ਨਹੀਂ ਕਰਦਾ। ਹਾਲੇਲੂਇਆ। ਜਦੋਂ ਅਸੀਂ ਮੱਤੀ ਪੜ੍ਹਦੇ ਹਾਂ, ਉਸਦਾ 5ਵਾਂ ਅਧਿਆਇ ਦੀ 3 ਆਇਤ ਪੜ੍ਹਦੇ ਹਾਂ, ਤਾਂ ਉੱਥੇ ਲਿਖਿਆ ਵਾ ਧन्य है वह जो मन के दीन है। ਹਾਲੇਲੂਇਆ। ਜਿਹੜੇ ਇਨਸਾਨ ਮਨ ਦੇ ਦੀਨ ਆ, ਪਰਮੇਸ਼ਰ ਉਹਨਾਂ ਤੋਂ ਖੁਸ਼ ਹੁੰਦਾ ਆ। ਅਤੇ ਘਮੰਡੀ ਦੇ ਨਾਲ ਪਰਮੇਸ਼ਰ ਨਫ਼ਰਤ ਕਰਦਾ ਹੈ। ਪਰਮੇਸ਼ਰ ਦਾ ਨੇਚਰ ਹੈ, ਜਦੋਂ ਵੀ ਕੋਈ ਵੀ ਇਨਸਾਨ ਪਰਮੇਸ਼ਰ ਉਹਨੂੰ ਉੱਚਾ ਉਠਾਉਂਦਾ ਆ, ਜਿਸ ਤਰ੍ਹਾਂ ਮੂਸਾ ਪਰਮੇਸ਼ਰ ਨੇ ਉੱਚਾ ਉਠਾਇਆ, ਯੂਸਫ ਨੂੰ ਪਰਮੇਸ਼ਰ ਨੇ ਉੱਚਾ ਕੀਤਾ, ਇਸੇ ਤਰ੍ਹਾਂ ਜਿਹੜੇ ਮੂਸਾ ਸੀਗਾ, ਯੂਸਫ ਸੀਗਾ, ਤਾਂ ਕੀ ਹੋਇਆ? ਉਹ ਜਿਹੜੇ ਇਨਸਾਨ ਸੀਗੇ ਉਹ ਨਰਮ ਸੀਗੇ, ਹੰਬਲ ਇਨਸਾਨ ਸੀਗੇ। ਹਾਲੇਲੂਇਆ। ਅਤੇ ਜਦੋਂ ਵੀ ਇਨਸਾਨ ਪਰਮੇਸ਼ਰ ਉੱਚਾ ਚੱਕਦਾ ਹੈ, ਤਾਂ ਉਹਦੇ ਅੰਦਰ ਕੁਆਲਿਟੀ ਦੇਖਦਾ ਪਰਮੇਸ਼ਰ, ਉਹਨੂੰ ਉੱਚਾ ਉਠਾਉਣ ਦੇ ਲਈ ਗੁਣ ਦੇਖਦਾ। ਉਹਦੇ ਅੰਦਰ ਕੀ? ਦੇ ਅੰਦਰ ਨਮਰਤਾ ਹੈਗੀ। ਹਾਲੇਲੂਇਆ। ਪਰਮੇਸ਼ਰ ਨੂੰ ਨਮਰ ਲੋਕ ਪਸੰਦ ਹੈ, ਘਮੰਡੀ ਲੋਕ ਨਹੀਂ। ਅਤੇ ਪਰਮੇਸ਼ਰ ਜਿਹੜਾ ਇਨਸਾਨ ਘਮੰਡੀ ਹੁੰਦਾ ਆ, ਉਹਨਾਂ ਨੂੰ ਕੀ ਕਰਦਾ? ਘਿਰਨਾ ਕਰਦਾ ਆ। ਘਮੰਡ ਸੇ ਚੜੀ ਹੋਈ ਆਂਖੇਂ। ਹਾਲੇਲੂਇਆ। ਜਿਸ ਇਨਸਾਨ ਦੇ ਅੰਦਰ ਘਮੰਡ ਹੁੰਦਾ ਆ, ਪਰਮੇਸ਼ਰ ਉਸ ਨੂੰ ਨਫ਼ਰਤ ਕਰਦਾ ਆ, ਉਸ ਨੂੰ ਘਿਰਨਾ ਕਰਦਾ ਆ। ਹਾਲੇਲੂਇਆ। ਅੱਜ ਬਹੁਤ ਸਾਰੇ ਲੋਕਾਂ ਨੂੰ ਘਮੰਡ ਹੈ, ਬਹੁਤ ਸਾਰੇ ਮਸੀਹ ਦੇ ਵਿੱਚ ਆ ਕੇ ਬਹੁਤ ਸਾਰੇ ਲੋਕਾਂ ਨੂੰ ਘਮੰਡ ਹੈ। ਕਿਸੇ ਨੂੰ ਪੈਸੇ ਦਾ ਘਮੰਡ ਹੈ, ਕਿਸੇ ਨੂੰ ਆਪਣੇ ਚੰਗੀ ਸਿਹਤ ਦਾ ਘਮੰਡ ਹੈ, ਕਿਸੇ ਦੇ ਸਰੀਰ ਦੇ ਅੰਦਰ ਤਾਕਤ ਹੈ ਜ਼ਿਆਦਾ, ਬਹੁਤ ਸਾਰਿਆਂ ਨੂੰ ਉਸ ਦਾ ਘਮੰਡ ਹੈ। ਬਹੁਤ ਸਾਰੇ ਲੋਕ ਜ਼ਿਆਦਾ ਪ੍ਰਾਰਥਨਾਵਾਂ ਕਰਦੇ ਆ, ਉਹਨਾਂ ਨੂੰ ਇਹ ਘਮੰਡ ਹੈ ਕਿ ਮੈਂ ਇੰਨੇ ਘੰਟੇ ਪ੍ਰਾਰਥਨਾ ਕਰਦਾ ਹਾਂ। ਹਾਲੇਲੂਇਆ। ਬਹੁਤ ਸਾਰਿਆਂ ਨੂੰ ਬਾਈਬਲ ਦਾ ਜ਼ਿਆਦਾ ਗਿਆਨ ਹੈ, ਅਤੇ ਉਹ ਉਸ ਗਿਆਨ 'ਤੇ ਘਮੰਡ ਕਰਦੇ ਆ। ਹਾਲੇਲੂਇਆ। ਪਰ ਬਾਈਬਲ ਇਹਨਾਂ ਚੀਜ਼ਾਂ 'ਤੇ ਘਮੰਡ ਕਰਨ ਨੂੰ ਸਾਨੂੰ ਮਨਾ ਕਰਦੀ ਹੈ। ਬਾਈਬਲ ਸਿਰਫ ਇੱਕ ਚੀਜ਼ 'ਤੇ ਸਾਨੂੰ ਘਮੰਡ ਕਰਨ ਨੂੰ ਕਹਿੰਦੀ ਹੈ। ਅਸੀਂ ਪੜ੍ਹਾਂਗੇ ਯਿਰਮਿਆ ਉਹਦਾ 9ਵਾਂ ਅਧਿਆਇ, ਉਹਦੀ 23 ਆਇਤ ਪੜ੍ਹਾਂਗੇ ਅਸੀਂ। ਕਿਹੜੀ ਗੱਲ 'ਤੇ ਪਰਮੇਸ਼ਰ ਸਾਨੂੰ ਘਮੰਡ ਕਰਨ ਦੇ ਲਈ ਕਹਿੰਦਾ ਆ?
ਨਾ ਸਾਨੂੰ ਸੋਨੇ ਤੇ, ਨਾ ਚਾਂਦੀ ਤੇ, ਨਾ ਪੈਸੇ ਤੇ, ਨਾ ਕਿਸੇ ਹੋਰ ਵਸਤੂ ਤੇ, ਬਲਕਿ ਪਰਮੇਸ਼ਰ ਸਾਨੂੰ ਕਿਸ ਗੱਲ ਤੇ ਘਮੰਡ ਕਰਨਾ ਕਹਿੰਦਾ? ਯਹੋਵਾ ਜਿਉਂ कहता है बुद्धिमान अपने बुद्धि पर घमंड ना करे। बहुत सारे लोगों ਨੂੰ अपने बुद्धि पर घमंड है। हालेलुया कि मैनू अच्छी नॉलेज है, अच्छी जानकारी है, मैं अच्छा पढ़िया लिखा हाँ। बहुत सारे इस गल ते घमंड है। बहुत सारे लोगों इस गल ते घमंड है कि मैं प्रार्थना करता, बहुत सारे लोग ठीक हो जाते, इन्हां गल्लां उत्ते घमंड है। बहुत सारे अपने पैसे ते घमंड है, बहुत सारे अलग अलग चीज़ों उत्ते घमंड है। पर परमेश्वर घमंडियां का सामना करता है। सानू किसी चीज़ से घमंड करने की जरूरत नहीं, क्योंकि अगर साडी प्रार्थना द्वारा लोग चंगे होंगे तो परमेश्वर ने सानू उस सामर्थ दी है। साडे विच साडा कुछ नहीं है। अगर साडे कोल अच्छा परमेश्वर ने धन दिता आ, वो परमेश्वर ने सानू दिता, असी अपनी बुद्धि के नाल नहीं कमाया, क्योंकि परमेश्वर बुद्धि का दान भी किहदे वल्लों आ? परमेश्वर वल्लों आ। अगर किसी के कोल बाइबल का ज़्यादा नॉलेज है, ज़्यादा ज्ञान है, परमेश्वर कहता उस नॉलेज से भी वो घमंड ना करे, क्योंकि बुद्धि किहदे वल्लों आ? परमेश्वर ने सुलेमान को बुद्धि दी। हालेलुया घमंड ना करिए। परमेश्वर कहता बुद्धिमान अपनी बुद्धि पर घमंड ना करे और ना वीर अपनी वीरता पर। वीर मतलब सूरवीर। बहुत सारे लोगों के ज़्यादा ताकत होंगी है, परमेश्वर कहता वो भी अपनी जान ते अपनी ताकत ते घमंड ना करे। ना धनी अपने धन पर घमंड करे। जिन्हों के कोल ज़्यादा पैसा, परमेश्वर कहता वो अपने पैसे ते घमंड ना करे। बहुत सारे लोग कहते हाँ जी पैसा हैगा, असीं आह चीज़ कर लवांगे, कोई नहीं बीमारी आ गई असीं ठीक करा लवांगे, सानू आ समस्या भी कोई नहीं पैसे ना हल कर लवांगे। हालेलुया बहुत सारे मैं पढ़िया लिखिया हाँ, चलो मैनू अच्छी जॉब मिल जानी है, मैं बहुत पढ़िया लिखा, मैनू किसी दी तरले परमेश्वर के अगे प्रार्थना करने की जरूरत नहीं, मैनू मिहनत करने की जरूरत नहीं हैगी। मैं अच्छा पढ़िया लिखा, मैं अच्छी डिग्रियाँ आ, मैनू आपे अच्छी परमेश्वर ने जॉब आपे जॉब दे देनी है। वो कहना मैनू परमेश्वर की लोड़ ही नहीं। पर परमेश्वर कहता ना अपनी बुद्धि पर, ना अपनी पढ़ाई लिखाई पर, ना अपने पैसे पर घमंड करे। ना धनी अपने धन पर घमंड करे, परंतु जो घमंड करे वह इस बात पर घमंड करे कि वह मुझे जानता और समझता है। हालेलुया परमेश्वर कहता अगर इंसान ने घमंड करना है किते करे, वो इस गल ते करे कि वो मैनू जानता, परमेश्वर नू जानता, यहोवा नू जानता, यीशु नू जानता, ते की करदा है ते समझदा आ, इस गल ते घमंड करे। हालेलुया बहुत सारे लोग परमेश्वर नू नहीं जानते। अगर तुसी घमंड करना चाहते हैं, मान करना चाहते हैं, तो इस गल ते करो कि मेरे अपने परमेश्वर नू, यहोवा परमेश्वर नू मैं जानदा हां। हालेलुया संसार दीयां वस्तुओं ते घमंड ना करिए। हालेलुया जदों इंसान डिगदा आ, थल्ले आंदा आ, मुसीबत दे विच फसदा है, बाइबल कहती है घमंड जिहड़ा नाश लैके आंदा है। हालेलुया जदों जिहड़ा लूसीफर सीगा, जदों स्वर्ग दे विच सीगा, उसने की अपने मन दे विच घमंड लैके आंदा कि मैं परमेश्वर तो भी उच्चा अपना सिंहासन बनावांगा। हालेलुया वो घमंडी हो गया सीगा ते परमेश्वर ने उसनू हैवन दे विचों, स्वर्ग दे विचों धरती उत्ते सुੱਟ दिता। हालेलुया वो थल्ले डिगया। घमंड जिहड़ा इंसान नू थल्ले करांदा है। हालेलुया क्योंकि जदों लूसीफर ने अपने दिमाग दे विच, मन दे विच, शैतान ने सोचा कि मैं परमेश्वर तो उच्चा सिंहासन बनावांगा, तां परमेश्वर ने उसनू थल्ले गिरा दिता। हालेलुया जदों इंसान डिगदा है तो डिगण तो पहला घमंड आंदा है, नाश आंदा है। हालेलुया नाश होण तो पहला घमंड आंदा उसके जीवन दे विच। घमंड ना करिए क्योंकि परमेश्वर जिहड़ा इंसान दे अंदर घमंड हुंदा आ, बहुत सारे लोग घमंड करते हैं कि मैं परमेश्वर के बचनों को फॉलो करता हाँ। हालेलुया यीशु मसीह ने एक बहुत अच्छी एग्जाम्पल दी है जिहड़ी सानू लूका दी अंजील उहदा 18वां अध्याय उहदी 9 आयत दे विच मिलदी है। उस घटना नूं पढ़ांगे। दो इंसान सीगे, परमेश्वर ने, प्रभु यीशु मसीह ने दो इंसानां दा जिक्र किया। दो इंसान मंदिर दे विच गए प्रार्थना करन दे लई। हालेलुया उहदे विच पहले इंसान ने प्रार्थना किस तरह की, असीं पढ़ांगे। दो मनुष्य मंदिर में प्रार्थना करने के लिए गए, एक फरीसी था और दूसरा चुंगी लेने वाला। फरीसी खड़ा होकर अपने मन में प्रार्थना करने लगा, हे परमेश्वर मैं तेरा धन्यवाद करता हूँ कि मैं दूसरे मनुष्य के समान अंधेर करने वाला, न्यायी और व्यभिचारी नहीं और ना इस चुंगी लेने वाले के समान हूँ। मैं सप्ताह में 2 बार उपवास रखता हूँ, मैं अपनी सब कमाई का 10वां अंश भी देता हूँ। हालेलुया ये मंदिर दे विच दो इंसान प्रार्थना करन गए। पहला इंसान जिहड़ा इस तरह प्रार्थना करता, कहना मैं
ਕੀ ਆ ਦੂਸਰੇ ਇਨਸਾਨ ਜਿਹੜਾ ਸੀਗਾ ਚੁੰਗੀ ਲੈਣ ਵਾਲਾ ਸੀਗਾ, ਤੇ ਜਿਹੜਾ ਪਹਿਲਾ ਇਨਸਾਨ ਪ੍ਰਾਰਥਨਾ ਫਰੀਸੀ ਪ੍ਰਾਰਥਨਾ ਕੀ ਕਰਦਾ, ਕਹਿੰਦਾ ਮੈਂ ਵਿਚਾਰੀ ਨਹੀਂ ਆ, ਪਰਮੇਸ਼ਰ ਦੇ ਅੱਗੇ ਆਪਣੀਆਂ ਕੁਆਲਿਟੀਆਂ ਰੱਖ ਰਿਹਾ ਆ। ਕਹਿੰਦਾ ਮੈਂ ਵਿਚਾਰੀ ਨਹੀਂ ਆ, ਕਹਿੰਦਾ ਮੈਂ ਆਪਣੀ ਕਮਾਈ ਦਾ 10ਵਾਂ ਹਿੱਸਾ ਵੀ ਦਿੰਦਾ ਆ। ਮੈਂ ਘਮੰਡ, ਬਹੁਤ ਸਾਰੇ ਲੋਕ ਇਸ ਗੱਲ ਤੇ ਘਮੰਡ ਕਰਦੇ ਆ ਕਿ ਮੈਂ ਪਰਮੇਸ਼ਰ ਦਾ 10ਵਾਂ ਹਿੱਸਾ ਵੀ ਦਿੰਦਾ, ਇੰਨਾ ਪੈਸਾ ਪਾਉਂਦਾ ਪਰਮੇਸ਼ਰ ਦੇ ਪਿੱਛੇ। ਤੇ ਬਹੁਤ ਸਾਰੇ ਘਮੰਡ ਕਰਦੇ ਆ ਕਿ ਮੈਂ ਫਾਸਟਿੰਗ ਕਰਦਾ ਆ। ਅੱਜ ਕੱਲ੍ਹ ਲੋਕ ਤਰ੍ਹਾਂ ਤਰ੍ਹਾਂ ਦੀਆਂ ਐਡਵਰਟਾਈਜ਼ਮੈਂਟ, ਫਲਾਣੇ ਇੰਨੇ ਡੇ ਦੀ ਫਾਸਟਿੰਗ, 40 ਡੇ ਦੀ ਫਾਸਟਿੰਗ, ਲੋਕ ਦਿਖਾਵਾ ਕਰਦੇ ਕਿ ਅਸੀਂ ਇੰਨੇ ਦਿਨ ਫਾਸਟਿੰਗ ਰੱਖ ਰਹੇ ਹਾਂ। ਹਾਲੇਲੂਇਆ। ਬਲਕਿ ਪਰਮੇਸ਼ਰ ਦਾ ਵਚਨ ਕਹਿੰਦਾ ਆ ਕਿ ਜਦੋਂ ਤੂੰ ਉਪਵਾਸ ਰੱਖੇ ਕੋਈ ਤੈਨੂੰ ਨਹੀਂ ਜਾਣ ਸਕੇ, ਬਲਕਿ ਗੁਪਤ ਦੇ ਵਿੱਚ ਰੱਖ ਕਿ ਜਿਹੜਾ ਤੁਹਾਡਾ ਸਵਰਗੀ ਪਿਤਾ ਆ ਉਹ ਤੈਨੂੰ ਜਿਹੜਾ ਗੁਪਤ ਦੇ ਵਿੱਚ ਜਾਣਦਾ ਤੈਨੂੰ ਫਲ ਦੇਵੇ। ਹਾਲੇਲੂਇਆ। ਬਹੁਤ ਸਾਰੇ ਰੋਲਾ ਪਾ ਕੇ ਕੀ ਕਰਦੇ ਆ, ਫਾਸਟਿੰਗ ਰੱਖਦੇ। ਇਹ ਫਰੀਸੀ ਵੀ ਇਸੇ ਤਰ੍ਹਾਂ ਦਾ ਸੀਗਾ, ਉਹ ਰੋਲਾ ਪਾ ਰਿਹਾ ਸੀਗਾ ਪਰਮੇਸ਼ਰ ਦੇ, ਪ੍ਰਭੂ ਮੈਂ ਵਿਚਾਰੀ ਵੀ ਨਹੀਂ ਆ, ਇਹ ਚੁੰਗੀ ਲੈਣ ਵਾਲਾ ਵੀ ਨਹੀਂ ਆ, ਇਸ ਇਨਸਾਨ ਵਰਗਾ ਵੀ ਨਹੀਂ ਆ। ਦੂਜੇ ਦੇ ਨਾਲ ਤੁਲਨਾ ਕਰਦੇ ਆ ਕਿ ਮੈਂ ਹਫ਼ਤੇ ਦੇ ਵਿੱਚ 2 ਵਾਰੀ ਫਾਸਟਿੰਗ ਰੱਖਦਾ ਆ, ਮੈਂ ਉਪਵਾਸ ਰੱਖਦਾ ਆ, ਮੈਂ 10ਵਾਂ ਹਿੱਸਾ ਵੀ ਦਿੰਦਾ, ਆਪਣੀ ਫਸਲ ਦਾ ਦਸਵੰਧ ਵੀ ਦਿੰਦਾ ਆ, ਕਮਾਈ ਦਾ 10ਵਾਂ ਹਿੱਸਾ ਵੀ ਦਿੰਦਾ ਆ, ਮੈਂ ਹਰੇਕ ਚੀਜ਼ ਦਾ ਟਾਈਥ ਪਾਉਂਦਾ ਆ। ਉਹ ਇਹਨਾਂ ਚੀਜ਼ਾਂ ਉੱਤੇ ਘਮੰਡ ਕਰ ਰਿਹਾ ਸੀਗਾ। ਅੱਗੇ ਫਿਰ ਕੀ ਹੋਇਆ, परंतु चुंगी लेने वालों ने दूर खड़े होकर, ਜਿਹੜਾ दूसरा इंसान ਸੀਗਾ चुंगी लेने वाला ਸੀਗਾ, दूर खड़े होकर स्वर्ग की और आंखें उठाना भी ना चाहा। उन्हें अपनियां अखां स्वर्ग दे और चुकनियां भी नहीं चाहिए, वरना अपनी छाती पीट पीट कर कहा, हे परमेश्वर मुझ पापी पर दया कर। उस इंसान ने की कीता, दूसरा सीगा चुंगी लैण वाला पापी सीगा, उन्हें की कहा, कहंदा हे परमेश्वर मेरे उत्ते दया कर, मैं की हां पापी इंसान हां। हालेलुया। हे परमेश्वर मुझ पर पापी पर दया कर, मैं तुमसे कहता हूँ कि यह दूसरा नहीं परंतु वही मुझे धर्मी ठहराया जाकर अपने घर गया, क्योंकि जो कोई अपने आप को बड़ा बनाएगा वह छोटा किया जाएगा, और जो अपने आप को छोटा बनाएगा वह बड़ा किया जाएगा। हालेलुया। यीशु मसीह ਕਹਿੰਦਾ ਉਹ ਪਹਿਲਾ ਇਨਸਾਨ ਨਹੀਂ ਬਲਕਿ ਦੂਜਾ ਜਿਹੜਾ ਚੁੰਗੀ ਲੈਣ ਵਾਲਾ ਪਾਪੀ ਸੀਗਾ, ਪਰਮੇਸ਼ਰ ਦੇ ਰਾਜ ਦੇ ਵਿੱਚ ਉਹੀ ਸਵੀਕਾਰ ਕੀਤਾ ਗਿਆ, ਉਸਦੇ ਪਾਪ ਖਿਮਾ ਹੋਏਗੇ। ਹਾਲੇਲੂਇਆ। ਅੱਜ ਬਹੁਤ ਸਾਰੇ ਲੋਕ ਘਮੰਡ ਕਰਦੇ ਆ ਕਿ ਮੈਂ ਪਰਮੇਸ਼ਰ ਦੇ ਪਿੱਛੇ ਚੱਲਦਾ ਆ, ਮੈਂ ਪ੍ਰਾਰਥਨਾ ਕਰਦਾ ਆ। ਅਗਰ ਤੁਸੀਂ ਪ੍ਰਾਰਥਨਾ ਕਰਦੇ ਆ ਤਾਂ ਤੁਸੀਂ ਘਮੰਡ ਨਾ ਕਰੋ, ਕਿਉਂਕਿ ਪ੍ਰਾਰਥਨਾ ਦੇ ਲਾਇਕ ਵੀ ਪਰਮੇਸ਼ਰ ਨੇ ਤੁਹਾਨੂੰ ਬਣਾਇਆ। ਜਦੋਂ ਤੁਸੀਂ ਯਿਸੂ ਮਸੀਹ ਦੇ ਵਿੱਚ ਨਹੀਂ ਸੀਗੇ ਤਾਂ ਤੁਸੀਂ ਪ੍ਰਾਰਥਨਾ ਨਹੀਂ ਜਾਣਦੇ ਸੀਗੇ, ਪ੍ਰਾਰਥਨਾ ਕਿਸ ਤਰ੍ਹਾਂ ਕਰਨੀ ਹੈ ਨਹੀਂ ਜਾਣਦੇ ਸੀਗੇ। ਅਗਰ ਤੁਸੀਂ ਅੱਜ 2-2 4-4 ਘੰਟੇ ਪ੍ਰਾਰਥਨਾ ਕਰਨ ਵਾਲੇ ਯੋਧਾ ਬਣ ਚੁੱਕੇ ਆ ਤਾਂ ਇਹ ਵੀ ਪਰਮੇਸ਼ਰ ਦਾ ਅਨੁਗ੍ਰਹਿ। ਘਮੰਡ ਨਾ ਕਰੀਏ ਕਿ ਤੁਸੀਂ ਜ਼ਿਆਦਾ ਪ੍ਰਾਰਥਨਾ ਕਰਦੇ ਆ। ਅਗਰ ਤੁਸੀਂ ਅੱਜ ਬਾਈਬਲ ਦੀ ਅੱਛੀ ਨੌਲੇਜ, ਅੱਛੀ ਜਾਣਕਾਰੀ ਰੱਖਦੇ ਆ, ਇਸ ਗੱਲ ਉੱਤੇ ਵੀ ਘਮੰਡ ਨਾ ਕਰੀਏ, ਕਿਉਂਕਿ ਜਦੋਂ ਤੁਸੀਂ ਮਸੀਹ ਦੇ ਵਿੱਚ ਸਟਾਰਟਿੰਗ ਸੀਗੇ ਤੁਸੀਂ ਬਾਈਬਲ ਦੀ ਇੱਕ ਆਇਤ ਤੱਕ ਨਹੀਂ ਜਾਣਦੇ ਸੀਗੇ। ਉਹ ਪਰਮੇਸ਼ਰ ਨੇ ਤੁਹਾਨੂੰ ਬੁੱਧੀ ਦਿੱਤੀ ਹੈ, ਉਸ ਵਚਨ ਬੁੱਧੀ ਦੇ ਦੁਆਰਾ ਤੁਸੀਂ ਅੱਜ ਬਾਈਬਲ ਦਾ ਪ੍ਰਚਾਰ ਕਰ ਰਹੇ ਆ ਜਾਂ ਕੁਝ ਵੀ ਕਰ ਰਹੇ ਆ, ਤੁਸੀਂ ਦੂਸਰਿਆਂ ਨੂੰ ਸਮਝਾ ਰਹੇ ਆ। ਹਾਲੇਲੂਇਆ। ਕਿਸੇ ਗੱਲ ਤੇ ਘਮੰਡ ਨਾ ਕਰੀਏ। ਅਗਰ ਤੁਸੀਂ ਘਮੰਡ ਕਰ ਸਕਦੇ ਆ ਜਦੋਂ ਘਮੰਡ ਅਗਰ ਕਰੋਗੇ ਤੁਸੀਂ ਡਿੱਗ ਸਕਦੇ ਆ। ਮੈਂ ਕਿਹਾ ਹਾਲੇਲੂਇਆ। ਬਾਈਬਲ ਕਹਿੰਦੀ ਆ, ਮੈਂ ਨਹੀਂ, ਬਾਈਬਲ ਕਹਿੰਦੀ ਆ। ਅਸੀਂ ਇੱਕ ਵਚਨ ਹੋਰ ਪੜਾਂਗੇ। ਯਿਸੂ ਮਸੀਹ ਨੇ ਜਿਸ ਤਰ੍ਹਾਂ ਜਦੋਂ ਯਿਸੂ ਮਸੀਹ ਨੇ ਬਪਤਿਸਮਾ ਲਿਆ, ਜਦੋਂ ਅਸੀਂ ਮੱਤੀ 3:13 ਦੇ ਵਿੱਚ ਪੜ੍ਹਦੇ ਹਾਂ, ਯਿਸੂ ਮਸੀਹ ਨੇ ਆਪਣੇ ਆਪ ਨੂੰ ਨਮਰ ਕੀਤਾ। ਉਹਨੇ ਯੋਹੰਨਾ ਦੇ ਹੱਥੋਂ ਬਪਤਿਸਮਾ ਲਿਆ, ਬਲਕਿ ਯੋਹੰਨਾ ਕਹਿੰਦਾ ਸੀਗਾ ਪ੍ਰਭੂ ਯਿਸੂ ਮੈਨੂੰ ਤੇਰੇ ਹੱਥੋਂ ਬਪਤਿਸਮਾ ਲੈਣ ਦੀ ਲੋੜ ਹੈ, ਪਰ ਯਿਸੂ ਮਸੀਹ ਨੇ ਕਿਹਾ ਹੁਣ ਇੱਦਾਂ ਹੋਣ ਦੇ। ਹਾਲੇਲੂਇਆ। ਇਸੇ ਤਰ੍ਹਾਂ ਰੀਤ ਦੇ ਅਨੁਸਾਰ ਅਸੀਂ ਚੱਲਣਾ ਆ। ਯਿਸੂ ਮਸੀਹ ਨੇ ਆਪਣੇ ਆਪ ਨੂੰ ਨਮਰ ਕੀਤਾ। ਜਦੋਂ ਯਿਸੂ ਮਸੀਹ ਕਰੂਸ ਉੱਤੇ ਸੀਗੇ ਤਾਂ ਯਿਸੂ ਮਸੀਹ ਨੇ ਵੀ ਕੀ ਕੀਤਾ, ਆਪਣੇ ਆਪ ਨੂੰ ਨੀਵਾਂ ਕੀਤਾ। ਹਾਲੇਲੂਇਆ। ਬਲਕਿ ਉਸਨੂੰ ਕੋਈ ਮਾਰ ਨਹੀਂ ਸਕਦਾ ਸੀਗਾ ਯਿਸੂ ਮਸੀਹ ਨੇ, ਬਲਕਿ ਉਹਨਾਂ ਨੂੰ ਜਿਹੜੇ ਉਹਨਾਂ ਦੇ ਹੱਥਾਂ ਪੈਰਾਂ ਦੇ ਵਿੱਚ ਕਿਲ ਠੋਕ ਰਹੇ ਸੀਗੇ, ਯਿਸੂ ਮਸੀਹ ਨੇ ਉਹਨਾਂ ਨੂੰ ਮਾਫ ਕੀਤਾ। ਹਾਲੇਲੂਇਆ। ਯਿਸੂ ਮਸੀਹ ਨੇ ਆਪਣੀ ਤਾਕਤ ਉੱਤੇ, ਜਿਹੜੀ ਉਸ ਦੇ ਅੰਦਰ ਸਾਮਰਥ ਸੀਗੀ, ਜਿਹੜੀ ਉਸ ਦੇ ਅੰਦਰ ਪਾਵਰ ਸੀ, ਉਸ ਪਾਵਰ ਉੱਤੇ ਘਮੰਡ ਨਹੀਂ ਕੀਤਾ, ਉਸਦਾ ਇਸਤੇਮਾਲ ਨਹੀਂ ਕੀਤਾ, ਬਲਕਿ ਯਿਸੂ ਮਸੀਹ ਨੇ ਆਪਣੇ ਆਪ ਨੂੰ ਨੀਵਾਂ ਕਰ ਦਿੱਤਾ। ਜਦੋਂ ਅਸੀਂ ਫਿਲਿੱਪੀਆਂ 2:6 ਪੜ੍ਹਦੇ ਹਾਂ, ਮੈਂ ਪੜ੍ਹਾਂਗਾ ਤੁਹਾਡੇ ਲਈ। ਫਿਲਿੱਪੀਆਂ ਦੀ ਉਸਦਾ ਦੂਸਰਾ ਅਧਿਆਏ ਉਹਦੀ 6 ਆਇਤ ਤੋਂ ਮੈਂ ਪੜ੍ਹਾਂਗਾ। ਦੇਖੋ ਯਿਸੂ ਮਸੀਹ ਨੇ ਆਪਣੇ ਆਪ ਨੂੰ ਕਿੰਨਾ ਦੀਨ ਕੀਤਾ। ਉਸਨੇ यीशु मसीह जिसने परमेश्वर के स्वरूप में होकर भी, यीशु मसीह परमेश्वर के स्वरूप के विच होकर भी परमेश्वर के तुल्य होने को अपने वश में रखने की वस्तु न समझा, वरना अपने आप को ऐसा शून्य कर दिया और दास का
स्वरूप धार लिया। यीशु मसीह ने अपने आप ਨੂੰ शून्य कर ਦਿੱਤਾ, जीरो कर ਦਿੱਤਾ। परमेश्वर ਦੇ ਉਹ ਤੁल्य ਸੀਗਾ, मतलब परमेश्वर ਦੇ बराबर ਸੀਗਾ, बल्कि उसने अपने आप को परमेश्वर के बराबर ना समझा, बल्कि शून्य कर दिता, थले ले आंदा, जीरो कर दिता, वरना अपने आप को ऐसा शून्य कर दिया। और दास का मतलब एक जिस तरह दास होंदा ना, एक गुलाम होंदा है, किस तरह इस तरह यीशु मसीह ने अपने आप को की कीता, परमेश्वर दे अधीन कर दिता, दास का स्वरूप धारण किया और मनुष्य की समानता में हो गया। यीशु मसीह परमेश्वर सी ते उस इंसान के रूप दे विच धरती उत्ते आ गया, ते अपने आप नूं इंसान दे रूप दे विच ले आंदा और मनुष्य के समानता में हो गया और मनुष्य के स्वरूप में प्रकट होकर अपने आप को दीन किया। हालेलुया। यीशु मसीह ने भी अपने आप को दीन किया और जहाँ तक आज्ञाकार रहा कि मृत्यु हाँ क्रूस की मृत्यु भी सह ली। यीशु मसीह ने क्रूस की मृत्यु भी सह ली, इतना दर्द सहा। इस कारण परमेश्वर ने उसको अति महान भी किया। परमेश्वर ने फिर किया, उसको अति महान किया, उच्चा किया और उसको वह नाम दिया जो सब नामों से श्रेष्ठ है। हालेलुया। यीशु मसीह को किहड़ा नाम दिता है? जिहड़ा सब नामां तो श्रेष्ठ, सब नामां तो उच्चा। कदों उच्चा दिता नाम? कदों वो नाम मिलिया जिहड़ा सब नामां तो वड्डा है, पूरे संसार दे विच इक्को ही नाम यीशु नाम, एक ही नाम यीशु नाम, उस तो बिना कोई भी उधार किसी नाम दे विच उधार नहीं, यीशु नाम दे विच उधार है। ये नाम कि कदों दिता है? जदों यीशु मसीह ने अपने आप को इंसान परमेश्वर के तुल्य नहीं समझा, बल्कि इंसान के रूप में ले आंदा, मतलब थले कर दिता, जीरो कर दिता, तो परमेश्वर ने उसनूं उच्चा उठाया, श्रोमणी किया परमेश्वर ने, तो वह नाम दिता जिहड़ा सब नामां तो किहड़ा आ? उच्चा नाम है। उस नाम तो उच्चा कोई भी नाम नहीं है, उस नाम तो वड्डा कोई भी नाम नहीं है। हालेलुया। यीशु मसीह ने घमंड नहीं किया हैगा, बल्कि अपने आप को नम्र किया। परमेश्वर जिहड़ा आ घमंडियां का सामना करता है। हालेलुया। जदों असीं अपने आप को नीवा करते हैं तो परमेश्वर सानूं उच्चा करता है। हालेलुया। परमेश्वर सानूं ब्लैस करता है। मैं एक वचन पढ़ांगा तुहाडे लई, नीति वचन दे विच दुआरा फिर वापस आवांगे असीं। नीति वचन उदा 16वां अध्याय उहदी 18 आयत की लिखा, विनाश से पहले गर्व और ठोकर खाने से पहले घमंड आता है। हालेलुया। विनाश से पहले गर्व, जिहड़े लोकां दे उत्ते विनाश आंदा है, दुख आ जांदा, विपत्तियां आ जांदियां आ, मुसीबतां दे फस जांदे आ, उन्हां दे अंदर की हुंदा है? घमंड हुंदा है। विनाश से पहले गर्व, उन्हां नूं हंकार आ जांदा है। जिस तरह लूसीफर जिहड़ा आ डिग्या, किद्दां डिग्या? जदों उहदे अंदर घमंड आया। हालेलुया। और ठोकर खाने से पहले घमंड आता है। हालेलुया। जदों असीं ठोकर खाने इहदा मतलब की आ कि साडे अंदर घमंड है। घमंड एक इहो जिही बीमारी आ जिहड़ी इंसान नूं पता नहीं लगदी कि मेरे अंदर आ गई है कि नहीं। हालेलुया। पता नहीं लगता कदों आ जाती है। बहुत सारे लोग डिग जाते हैं घमंड के विच आके। हालेलुया। परमेश्वर थोड़ा जिहा इस्तेमाल करना पे लोग अपनी बल्ले बल्ले करन लग पैंदे आ। हालेलुया। बल्कि परमेश्वर स्तुति के योग है, परमेश्वर आराधना के योग है। वही सानू उसने सानू बुद्धि दी है, उसने सानू सामर्थ दी है। असी तो एक मिट्टी हाँ, बाइबल कहती है। हालेलुया। मिट्टी ते साडा जिहड़ा कुम्हार है यहोवा परमेश्वर है। हालेलुया। सानू बनाउण वाला वो आ। हालेलुया। उसने सानू किहो जिहा बनाया है, क्योंकि असी यहोवा नूं जाण लिया। इस गल ते घमंड करिए कि असी परमेश्वर जिउंदे सच्चे परमेश्वर नूं जाण लिया। इस तो इलावा किसी संसारिक चीज़ उत्ते नहीं, धन दे उत्ते नहीं, बुद्धि उत्ते नहीं, ज्ञान उत्ते नहीं, धीआं पुत्रां उत्ते नहीं, पैसे दे उत्ते नहीं, चंगे कारोबार उत्ते नहीं, बल्कि परमेश्वर उत्ते भरोसा रखिए। हालेलुया। किसी चीज़ उत्ते घमंड ना करिए। हालेलुया। परमेश्वर जिहड़ा आ यीशु मसीह जिहड़ा आ वो की आ नम्र होया। हालेलुया। उसने सबूत दिता नम्र। की सबूत दिता? जदों यीशु मसीह इस संसार दे विच यीशु मसीह इन्ना नम्र होया कि उसने अपने चेलियां दे की कीते? पैर धोते। हालेलुया। उसने पैर धोते अपने चेलियां दे, ते इन्ना नम्र होया यीशु मसीह। हालेलुया। ते बाइबल दे विच जदों असीं मत्ती दी अंजील उदा
5ਵਾਂ ਅਧਿਆਇ ਉਹਦੀ 3 ਆਇਤ ਮੈਂ ਤੁਹਾਡੇ ਲਈ ਪੜਾਂਗਾ। ਮੱਤੀ ਦੀ ਅੰਜੀਲ ਉਹਦਾ 5ਵਾਂ ਅਧਿਆਇ 3 ਹੈ। धन्य है वे जो मन के दीन है क्योंकि स्वर्ग का राज उन्हीं का है। ਜਿਹੜੇ ਮਨ ਦੇ ਦੀਨ ਹੈ, ਪਰਮੇਸ਼ਰ ਕਹਿੰਦਾ ਸਵਰਗ ਦਾ ਰਾਜ ਉਹਨਾਂ ਦਾ ਹੀ ਆ। ਹਾਲੇਲੂਇਆ। ਸਾਨੂੰ ਦੀਨ ਹੋਣ ਦੀ ਜ਼ਰੂਰਤ ਹੈ। ਹਾਲੇਲੂਇਆ। ਇਹ ਜਿਹੜਾ ਟੌਪਿਕ ਸੀਗਾ, ਇਹ 7 ਚੀਜ਼ਾਂ ਆ ਜਿਨ੍ਹਾਂ ਨੂੰ ਪਰਮੇਸ਼ਰ ਘਿਰਨਾ ਕਰਦਾ ਹੈ, ਜਿਨ੍ਹਾਂ ਨੂੰ ਵੈਰ ਕਰਦਾ, ਪਰਮੇਸ਼ਰ ਨਫ਼ਰਤ ਕਰਦਾ ਆ। 7 ਦੇ ਵਿੱਚੋਂ ਅਸੀਂ ਇੱਕ ਦੇਖ ਰਹੇ ਹਾਂ, ਘਮੰਡ। ਹਾਲੇਲੂਇਆ। ਘਮੰਡ ਨਾ ਕਰੀਏ। ਜਦੋਂ ਅਸੀਂ ਘਮੰਡ ਕਰਾਂਗੇ ਡਿੱਗਾਂਗੇ। ਬਹੁਤ ਸਾਰੇ ਇਨਸਾਨ ਹੈ ਜਿਹੜੇ ਬਾਈਬਲ ਦੇ ਵਿੱਚ ਡਿੱਗੇ ਵੀ ਆ। ਹਾਲੇਲੂਇਆ। ਜਦੋਂ ਉਹ ਡਿੱਗੇ ਆ ਤਾਂ ਉਹਨਾਂ ਦੇ ਅੰਦਰ ਘਮੰਡ ਆਇਆ। ਹਾਲੇਲੂਇਆ। ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜੇ ਲੋਕ, ਜਿਸ ਤਰ੍ਹਾਂ ਮੂਸਾ ਨੂੰ ਪਰਮੇਸ਼ਰ ਨੇ ਉੱਚਾ ਠਹਿਰਾਇਆ, ਤਾਂ ਉਹ ਪਰਮੇਸ਼ਰ ਨੇ ਉਹਨੂੰ ਉੱਚਾ ਉਠਾਇਆ, ਉਹ ਦੇਖਿਆ ਕਿ ਉਹਦੇ ਅੰਦਰ ਕੀ ਹੈ, ਨਮਰਤਾ ਆ। ਹਾਲੇਲੂਇਆ। ਜਦੋਂ ਯੂਸਫ ਜਿਹੜਾ ਸੀਗਾ ਉਹ ਅਤਿਆਚਾਰ ਸਹਿੰਦਾ ਸੀਗਾ, ਆਪਣੇ ਭਰਾਵਾਂ ਦਾ ਵੀ ਉਸਨੇ ਅਤਿਆਚਾਰ ਸਹਿਆ, ਉਹ ਨਮਰ ਸੀਗਾ। ਬਲਕਿ ਉਸ ਨੂੰ ਜਦੋਂ ਜੇਲ੍ਹ ਦੇ ਵਿੱਚ ਵੀ ਪਾਇਆ ਗਿਆ, ਸਜ਼ਾਵਾਂ ਮਿਲੀਆਂ, ਬਲਕਿ ਉਹ ਜਾਣਦਾ ਸੀਗਾ ਕਿ ਮੈਂ ਨਿਰਦੋਸ਼ ਹਾਂ, ਪਰ ਫਿਰ ਵੀ ਉਹ ਨਮਰ ਹੋਇਆ। ਪਰਮੇਸ਼ਰ ਨੇ ਉਸ ਨੂੰ ਕੀ ਕੀਤਾ, ਉਸ ਨੂੰ ਉੱਚਾ ਉਠਾਇਆ, ਉਸ ਨੂੰ ਉਸ ਦੇਸ਼ ਦਾ ਮੰਤਰੀ ਨਿਯੁਕਤ ਕੀਤਾ। ਹਾਲੇਲੂਇਆ। ਜਦੋਂ ਵੀ ਪਰਮੇਸ਼ਰ ਸਾਨੂੰ ਉੱਚਾ ਕਰੇਗਾ, ਜਿਹੜਾ ਇਨਸਾਨ ਉੱਚਾ, ਪਰਮੇਸ਼ਰ, ਅਗਰ ਤੁਸੀਂ ਚਾਹੁੰਦੇ ਆ ਪਰਮੇਸ਼ਰ ਸਾਨੂੰ ਉੱਚਾ ਕਰੀਏ, ਤਾਂ ਸਾਨੂੰ ਕਿਸੇ ਵੀ ਚੀਜ਼ 'ਤੇ ਘਮੰਡ ਕਰਨ ਦੀ ਜ਼ਰੂਰਤ ਨਹੀਂ, ਬਲਕਿ ਸੰਪੂਰਨ ਆਪਣੇ ਆਪ ਨੂੰ ਪਰਮੇਸ਼ਰ ਦੇ ਅਧੀਨ ਕਰਨ ਦੀ ਜ਼ਰੂਰਤ ਹੈ। ਹਾਲੇਲੂਇਆ। ਕਿਉਂਕਿ ਨਾ ਅਸੀਂ ਸੰਸਾਰ ਦੇ ਵਿੱਚ ਕੁਝ ਲੈ ਕੇ ਆਏ ਹਾਂ ਅਤੇ ਨਾ ਕੁਝ ਲੈ ਕੇ ਜਾਵਾਂਗੇ। ਹਾਲੇਲੂਇਆ। ਜਦੋਂ ਅਯੂਬ ਨੂੰ ਪਰਮੇਸ਼ਰ ਨੇ ਉੱਚਾ ਕੀਤਾ, ਪਰਮੇਸ਼ਰ ਨੇ ਇਹੀ ਦੇਖਿਆ, ਉਸ ਦੇ ਵਿੱਚ ਕੁਆਲਿਟੀ ਦੇਖੀ ਕਿ ਅਯੂਬ ਦਾ ਇੱਕ ਕਹਿਣਾ ਸੀਗਾ, ਮੈਂ ਮਾਤਾ ਦੀ ਗਰਭ ਵਿੱਚੋਂ ਨੰਗਾ ਆਇਆ ਅਤੇ ਨੰਗਾ ਹੀ ਜਾਵਾਂਗਾ। ਉਸਨੇ ਪਰਮੇਸ਼ਰ ਦੇ ਵਿਰੁੱਧ ਬੁੜਬੜਾਇਆ ਨਹੀਂ, ਕੁੜਕੜਾਇਆ ਨਹੀਂ, ਬਲਕਿ ਪਰਮੇਸ਼ਰ ਨੇ ਉਸ ਨੂੰ ਉੱਚਾ ਕੀਤਾ। ਹਾਲੇਲੂਇਆ। ਉਸਨੇ ਇਹ ਨਹੀਂ ਕਿਹਾ ਕਿ ਮੈਂ ਤਾਂ ਕੋਈ ਪਰਮੇਸ਼ਰ ਤੇਰੇ ਖਿਲਾਫ ਪਾਪ ਨਹੀਂ ਕੀਤਾ ਹੈਗਾ, ਮੇਰੇ ਉੱਤੇ ਦੁੱਖ ਕਿਉਂ ਆਏ, ਮੁਸੀਬਤਾਂ ਕਿਉਂ ਆਈਆਂ, ਉਸਨੇ ਕੋਈ ਸਵਾਲ ਨਹੀਂ ਕੀਤਾ ਹੈਗਾ, ਬਲਕਿ ਉਹ ਪਰਮੇਸ਼ਰ ਦੇ ਅਧੀਨ ਰਿਹਾ। ਪਰਮੇਸ਼ਰ ਨੇ ਉਸਨੇ ਉੱਚਾ ਕੀਤਾ। ਹਾਲੇਲੂਇਆ। ਅਗਰ ਤੁਸੀਂ ਵੀ ਚਾਹੁੰਦੇ ਆ ਪਰਮੇਸ਼ਰ ਤੁਹਾਨੂੰ ਉੱਚਾ ਕਰੇ, ਪਰਮੇਸ਼ਰ ਤੁਹਾਨੂੰ ਬਰਕਤ ਦੇਵੇ, ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਵੇ, ਤਾਂ ਇਹ ਘਮੰਡ ਤੋਂ ਬਚੀਏ। ਹਾਲੇਲੂਇਆ। ਅਗਰ ਸਾਡੇ ਅੰਦਰ ਘਮੰਡ ਹੈ, ਅਗਰ ਅਸੀਂ ਉੱਚੇ ਨਹੀਂ ਉੱਠ ਰਹੇ, ਸਾਡੇ ਅੰਦਰ ਬਾਰ-ਬਾਰ ਪ੍ਰੋਬਲਮਸ, ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ, ਸਾਡੇ ਉੱਤੇ ਬਾਰ-ਬਾਰ ਵਿਪੱਤੀਆਂ ਆਉਂਦੀਆਂ ਆ। ਬਾਈਬਲ ਜਿਸ ਤਰ੍ਹਾਂ ਅਸੀਂ ਨੀਤੀ ਵਚਨ ਦੇ ਵਿੱਚ ਪੜ੍ਹਿਆ ਸੀਗਾ, ਨੀਤੀ ਵਚਨ 18:9 ਦੇ ਵਿੱਚ ਪੜ੍ਹਿਆ ਸੀਗਾ ਕਿ ਜਿਹੜਾ ਆ ਨਾਸ਼ ਇਸ ਲਈ ਆਉਂਦਾ ਜਦੋਂ ਇਨਸਾਨ ਦੇ ਅੰਦਰ ਘਮੰਡ ਆਉਂਦਾ। ਅਗਰ ਸਾਡੇ ਸਰੀਰਕ, ਆਤਮਿਕ ਘਮੰਡ ਨੁਕਸਾਨ ਹੋ ਰਿਹਾ ਆ, ਸਾਡੇ ਅੰਦਰ ਪ੍ਰੋਬਲਮਸ, ਸਮੱਸਿਆ ਆ ਰਹੀਆਂ, ਤਾਂ ਇਹਦਾ ਮਤਲਬ ਕੀ ਆ, ਸਾਡੇ ਅੰਦਰ ਘਮੰਡ ਹੈ। ਹਾਲੇਲੂਇਆ। ਚਾਹੇ ਕਿਸੇ ਵੀ ਤਰ੍ਹਾਂ ਦਾ ਘਮੰਡ ਹੋ ਸਕਦਾ, ਤੁਹਾਨੂੰ ਆਪਣੇ ਘਮੰਡ ਨੂੰ ਪਰਮੇਸ਼ਰ ਦੇ ਅੱਗੇ ਲੈ ਕੇ ਜਾਈਏ, ਉਹਨੂੰ ਖਤਮ ਕਰੀਏ, ਅਤੇ ਪਰਮੇਸ਼ਰ ਸਾਨੂੰ ਫਿਰ ਤੋਂ ਬਲੈਸ ਕਰੇਗਾ, ਫਿਰ ਤੋਂ ਉੱਚਾ ਕਰੇਗਾ। ਹਾਲੇਲੂਇਆ। ਇਹ ਸੀਗਾ ਪਹਿਲਾ, ਹੰਕਾਰੀ ਅੱਖਾਂ, ਘਮੰਡ। ਤੇ ਦੂਸਰਾ ਪਰਮੇਸ਼ਰ ਦਾ ਵਚਨ ਕਹਿੰਦਾ ਆ, ਝੂਠ ਬੋਲਣ ਵਾਲੀ ਜੀਵ। ਹਾਲੇਲੂਇਆ। ਸਾਖੀ, ਝੂਠ ਬੋਲਣ ਵਾਲੀ, ਝੂਠ ਬੋਲਣੇ ਵਾਲੀ ਜੀਵ ਦੂਸਰਾ ਪੁਆਇੰਟ ਹੈਗਾ, ਜਿਹੜਾ ਅਸੀਂ ਅਗਲੇ ਟੌਪਿਕ ਦੇ ਵਿੱਚ ਦੇਖਾਂਗੇ। ਝੂਠ ਬੋਲਣ ਵਾਲੀ ਜੀਵ ਦੇ ਦੁਆਰਾ ਅਸੀਂ ਕੀ ਕਰਦੇ ਹਾਂ ਅਤੇ ਝੂਠ ਵੀ ਬੋਲਦੇ ਹਾਂ। ਇਸ ਨੂੰ ਅਗਲੇ ਟੌਪਿਕ ਦੇ ਵਿੱਚ ਦੇਖਾਂਗੇ। ਪ੍ਰਭੂ ਤੁਹਾਨੂੰ ਇਸ ਛੋਟੇ ਜਿਹੇ ਮੈਸੇਜ 'ਤੇ ਆਸ਼ੀਸ਼ ਦੇਵੇ। ਸਾਰਿਆਂ ਨੂੰ ਜੈ ਮਸੀਹ ਦੀ। ਗੋਡ ਬਲੈਸ ਯੂ।